ਹੈਲੋ ਸਟੂਡੈਂਟਸ। ਅੱਜ ਮੈਂ ਨੰਦ ਲਾਲ ਨੂਰਪੁਰੀ ਦੀ ਲਿਖੀ ਹੋਈ ਕਵਿਤਾ ਜਿਉਂਦੇ ਭਗਵਾਨ ਕਰਾਉਣ ਦੇ ਲਈ ਜਿਹੜਾ ਹੈ ਸ਼ੁਰੂ ਕਰ ਰਹੀ ਹਾਂ ਵੀਡੀਓ, ਜਿਹਦੇ ਵਿੱਚ ਨੰਦ ਲਾਲ ਨੂਰਪੁਰੀ ਨੇ ਕਹਿ ਲਓ ਕਿ ਜਿਹੜੇ ਸਾਡੇ ਦੇਸ਼ ਦੀ ਖਾਤਰ ਸ਼ਹੀਦ ਹੋਏ ਆ ਨਾ, ਉਹਨਾਂ ਨੂੰ ਨਮਸਕਾਰ ਕਰਨ ਦਾ ਉਪਦੇਸ਼ ਦਿੱਤਾ ਆ। ਔਰ ਇਹਦੇ ਵਿੱਚ ਕਵੀ ਜਿਹੜਾ ਹੈ ਉਹਨਾਂ ਨੇ ਇਹ ਸੰਦੇਸ਼ ਜਾਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਨਾ ਕਿ ਆਮ ਕਰਕੇ ਜਿਹੜੇ ਲੋਕ ਆ ਉਹ ਬਹੁਤ ਸਾਰੇ ਪੂਜਾ ਪਾਠ ਕਰਦੇ ਆ, ਕਈ ਅਡੰਬਰ ਰਚਦੇ ਆ, ਪਰ ਕਵੀ ਕਹਿੰਦਾ ਆ ਕਿ ਇਹਨਾਂ ਸਭ ਦਿਖਾਵਿਆਂ ਨੂੰ, ਇਹਨਾਂ ਸਭ ਅਡੰਬਰਾਂ ਨੂੰ ਬੰਦ ਕਰਕੇ ਜਿਹੜੇ ਲੋਕ ਸਾਡੇ ਦੇਸ਼ ਲਈ ਜਾਂ ਸਾਡੇ ਮਾਤ ਭੂਮੀ ਲਈ ਆਪਣੀਆਂ ਜਾਨਾਂ ਨੂੰ ਵਾਰ ਗਏ ਨਾ, ਉਹਨਾਂ ਨੂੰ ਪੂਜਣਾ ਚਾਹੀਦਾ ਆ। ਕਿਉਂਕਿ ਅਸਲ ਮਾਇਨੇ ਦੇ ਵਿੱਚ ਜਿਹੜੇ ਆ ਉਹਨਾਂ ਨੇ ਆਪਣਾ ਜੀਵਨ ਆਪਣੇ ਦੇਸ਼ ਦੇ ਲੇਖੇ ਲਗਾਇਆ ਆ। ਸੋ ਇਸ ਕਰਕੇ ਜਿਹੜਾ ਹੈ ਕਵੀ ਇਹਦੇ ਵਿੱਚ ਜਿਉਂਦੇ ਭਗਵਾਨ ਕਵਿਤਾ ਦੇ ਵਿੱਚ ਦੇਸ਼ ਦੀ ਖਾਤਰ ਸ਼ਹੀਦ ਹੋਏ ਬਹਾਦਰਾਂ ਨੂੰ, ਨੌਜਵਾਨਾਂ ਨੂੰ ਨਮਸਕਾਰ ਕਰਨ ਦੇ ਲਈ ਆਖਦਾ ਹੈ। ਸੋ ਸ਼ੁਰੂ ਕਰਦੇ ਹਾਂ ਬੱਚੇ। ਕਵਿਤਾ ਇਹਦੇ ਵਿੱਚ ਕਵੀ ਨੇ ਕੀ ਦੱਸਿਆ ਆ? ਉਹ ਦੁਨੀਆ ਦੇ ਬੰਦਿਓ, ਸੰਬੋਧਨ ਕਿਹਨੂੰ ਕੀਤਾ ਆ? ਦੁਨੀਆ ਦੇ ਲੋਕਾਂ ਨੂੰ। ਪੂਜੋ ਮਤਲਬ ਪੂਜਣਾ ਚਾਹੀਦਾ, ਪੂਜਾ ਕਰਨੀ ਚਾਹੀਦੀ ਆ। ਉਹ ਨੇਕ ਮਤਲਬ ਚੰਗੇ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਸੋ ਇਹਦੇ ਵਿੱਚ ਜਿਹੜਾ ਕਵੀ ਹੈ ਉਹ ਲੋਕਾਂ ਨੂੰ, ਦੁਨੀਆ ਦੇ, ਜਗ ਦੇ, ਸੰਸਾਰ ਦੇ ਲੋਕਾਂ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਆ ਕਿ ਲੋਕੋ, ਜੇਕਰ ਤੁਸੀਂ ਪੂਜਣਾ ਹੈ, ਪੂਜਾ ਕਰਨੀ ਹੈ ਨਾ, ਤਾਂ ਉਹਨਾਂ ਨੇਕ ਇਨਸਾਨਾਂ ਦੀ, ਉਹਨਾਂ ਭਲੇ ਲੋਕਾਂ ਦੀ, ਭਲੇ ਇਨਸਾਨਾਂ ਦੀ ਕਰੋ ਜਿਹੜੇ ਕਿ ਆਪਣੀਆਂ ਪਿਆਰੀਆਂ ਜਾਨਾਂ ਨੂੰ ਹੱਸ ਕੇ ਆਪਣੇ ਦੇਸ਼ ਦੇ ਲਈ ਕੁਰਬਾਨ ਕਰ ਗਿਆ। ਕਿਉਂਕਿ ਹਰ ਮਨੁੱਖ ਦੇ ਵਿੱਚ ਜਿਹੜਾ ਹੈ ਨਾ ਉਹ ਕੁਰਬਾਨੀ ਦਾ ਜਜ਼ਬਾ ਨਹੀਂ ਹੁੰਦਾ, ਇੰਨੀ ਹਿੰਮਤ ਨਹੀਂ ਹੁੰਦੀ ਕਿਸੇ ਦੇ ਵਿੱਚ ਵੀ ਕਿ ਆਪਣੀ ਜਿਹੜੀ ਹੈ ਜਾਨ ਉਹ ਕਿਸੇ ਦੇ ਲਈ ਵਾਰ ਜਾਵੇ। ਪਰ ਜਿਹੜੇ ਨੇਕ ਇਨਸਾਨਾਂ ਦੇ ਵਿੱਚ ਕੁਰਬਾਨੀ ਦਾ ਜਜ਼ਬਾ ਸੀ, ਜਿਨ੍ਹਾਂ ਨੇ ਬਹਾਦਰੀ ਦੇ ਨਾਲ ਆਪਣੀ ਜਿਹੜੀ ਜਾਨ ਹੈ ਉਹ ਦੇਸ਼ ਦੇ ਲੇਖੇ ਲਾ ਦਿੱਤੀ ਹੈ ਨਾ, ਉਹਨਾਂ ਨੂੰ ਹਮੇਸ਼ਾ ਜਿਹੜਾ ਹੈ ਉਹਨਾਂ ਨੂੰ ਕੀ ਕਰੋ? ਪੂਜੋ, ਕਿਉਂਕਿ ਉਹਨਾਂ ਨੇ ਦੇਸ਼ ਦੀ ਖਾਤਰ ਆਪਣੀ ਪਿਆਰੀ ਜਾਨ ਨੂੰ ਕੁਰਬਾਨ ਕੀਤਾ ਹੈ। ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ। ਸੋ ਕਵੀ ਕੀ ਕਹਿੰਦਾ ਆ ਕਿ ਜਿਹੜੇ ਦੇਸ਼ ਦੀ ਖਾਤਰ ਸ਼ਹੀਦ ਹੋਏ ਆ ਨਾ, ਉਹ ਵੀ ਜਿਹੜੇ ਆ, ਜਿੱਦਾਂ ਹਰ ਬੱਚਾ ਜਿਹੜਾ ਹੈ ਆਪਣੀ ਮਾਂ ਦਾ ਲਾਡਲਾ ਹੁੰਦਾ ਹੈ ਨਾ, ਮਾਂ ਦਾ ਪਿਆਰਾ ਪੁੱਤਰ ਹੁੰਦਾ, ਇਸੇ ਤਰ੍ਹਾਂ ਹੀ ਜਿਹੜੇ ਦੇਸ਼ ਦੇ ਲਈ ਸ਼ਹੀਦ ਹੋਏ ਨਾ, ਉਹ ਵੀ ਆਪਣੀਆਂ ਮਾਵਾਂ ਦੇ ਸਰੋਂ ਵਰਗੇ, ਸੋਨੇ ਵਰਗੇ ਤੇ ਹੀਰੇ ਵਰਗੇ ਅਨਮੋਲ ਪੁੱਤਰ ਸੀ। ਜਿੱਦਾਂ ਇਹ ਚੀਜ਼ਾਂ ਅਨਮੋਲ ਹੈ ਨਾ, ਕੀਮਤੀ ਹੈ, ਉਸੇ ਤਰ੍ਹਾਂ ਹੀ ਜਿਹੜੇ ਦੇਸ਼ ਦੀ ਖਾਤਰ ਸ਼ਹੀਦ ਹੋਏ ਆ, ਕੁਰਬਾਨ ਹੋਏ ਆ ਨਾ, ਉਹ ਵੀ ਜਿਹੜੇ ਸੀ ਉਹ ਆਪਣੀਆਂ ਮਾਵਾਂ ਦੇ ਹੀਰੇ ਤੇ ਸੋਨੇ ਵਰਗੇ ਅਨਮੋਲ ਤੇ ਕੀਮਤੀ ਪੁੱਤਰ ਸੀ। ਜਿੱਦਾਂ ਮਾਂ ਜਿਹੜੀ ਹੈ ਉਹ ਆਪਣੇ ਪੁੱਤਰ ਨੂੰ ਮੋਹ ਕਰਦੀ ਨਾ, ਇਸੇ ਤਰ੍ਹਾਂ ਉਹਨਾਂ ਦੀਆਂ ਮਾਵਾਂ ਵੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਪਿਆਰ ਕਰਦੀਆਂ ਸੀ। ਚਾਅ ਹੁੰਦਾ ਸ਼ੌਂਕ, ਜਿਨ੍ਹਾਂ ਦੇ ਮਿਲਣ ਵਾਸਤੇ ਰੋਂਦੇ ਭੈਣ ਭਰਾਵਾਂ ਦੇ। ਸੋ ਜਿਹੜੇ ਫੌਜੀ ਸੀ ਜਿਨ੍ਹਾਂ ਨੇ ਦੇਸ਼ ਦੀ ਖਾਤਰ ਬਹਾਦਰੀ ਦੇ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ, ਆਪਣੀ ਜਾਨ ਨੂੰ ਕੁਰਬਾਨ ਕੀਤਾ, ਉਹਨਾਂ ਦੇ ਘਰ ਬੈਠੇ ਜਿਹੜੇ ਭੈਣ ਭਰਾ ਸੀ ਉਹ ਆਪਣੇ ਇਹਨਾਂ ਨੂੰ, ਜਿਹੜੇ ਦੇਸ਼ ਦੀ ਖਾਤਰ ਸ਼ਹੀਦ ਹੋਏ ਹੈ ਨਾ, ਉਹਨਾਂ ਨੂੰ ਮਿਲਣ ਦੇ ਲਈ ਬੜੇ ਸ਼ੌਂਕ ਸੀ ਵੀ ਜਿਹੜਾ ਹੈ ਜਦੋਂ ਉਹ ਫੌਜ ਦੇ ਵਿੱਚੋਂ ਆਏਗਾ ਉਹਨਾਂ ਨੂੰ ਮਿਲਾਂਗੇ। ਸੋ ਘਰ ਬੈਠੇ ਭੈਣ ਭਰਾਵਾਂ ਦੇ ਨਾ ਉਹਨਾਂ ਨਾਲ ਮਿਲਣ ਦੇ ਸ਼ੌਂਕ ਸੀ, ਉਹਨਾਂ ਦੇ ਅੰਦਰ ਚਾਅ ਸੀ। ਬੁੱਢੇ ਬਾਪੂ ਖੜੇ ਉਡੀਕਣ ਗੱਭਰੂ ਪੁੱਤ ਜਵਾਨਾਂ ਨੂੰ। ਔਰ ਜਿਹੜੇ ਦੇਸ਼ ਦੇ ਲਈ ਗੱਭਰੂ ਜਵਾਨ ਸ਼ਹੀਦ ਹੋਏ ਆ ਨਾ, ਨੌਜਵਾਨ ਪੁੱਤ ਜਿਹੜੇ ਸ਼ਹੀਦ ਹੋਏ ਆ, ਉਹਨਾਂ ਦੇ ਜਿਹੜੇ ਬੁੱਢੇ ਪਿਓ ਸੀ ਨਾ, ਮਾਂ ਬਾਪ ਜਿਹੜੇ ਸੀ, ਉਹ ਆਪਣੇ ਘਰ ਦੀਆਂ ਦਹਿਲੀਜ਼ਾਂ ਦੇ ਵਿੱਚ ਖੜੇ ਹੋ ਕੇ ਆਪਣੇ ਪੁੱਤਰ ਨੂੰ ਉਡੀਕ ਰਹੇ ਸੀ ਕਿ ਉਹਨਾਂ ਦਾ ਜਿਹੜਾ ਗੱਭਰੂ ਜਵਾਨ ਪੁੱਤ ਆ ਨਾ, ਉਹ ਬੁਢਾਪੇ ਦੇ ਵਿੱਚ ਆਏਗਾ, ਉਹਨਾਂ ਦਾ ਸਹਾਰਾ ਬਣੇਗਾ, ਉਹਨਾਂ ਨੂੰ ਮਿਲਣ ਆਏਗਾ। ਪਰ ਹੋਇਆ ਕਿ ਇਹਨਾਂ ਸਾਰਿਆਂ ਦੇ ਜਿਹੜੇ ਚਾਅ ਸੀ ਨਾ, ਮਾਂ ਦਾ, ਭੈਣ ਭਰਾਵਾਂ ਦਾ ਜਾਂ ਬੁੱਢੇ ਬਾਪ ਦਾ ਆਪਣੇ ਪੁੱਤਰ ਨੂੰ ਮਿਲਣ ਦਾ ਚਾਅ ਜਿਹੜਾ ਸੀ ਉਹ ਚਾਅ ਹੀ ਬਣ ਕੇ ਰਹਿ ਗਿਆ। ਇੱਛਾ ਜਿਹੜੀ ਸੀ ਉਹ ਇੱਛਾ ਹੀ ਬਣ ਕੇ ਰਹਿ ਗਈ, ਕਿਉਂਕਿ ਉਹ ਤਾਂ ਵਾਪਸ ਕਦੀ ਆਏ ਹੀ ਨਹੀਂ।
ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ। ਸੋ ਕਵੀ ਕੀ ਕਹਿੰਦਾ ਆ ਕਿ ਜੇਕਰ ਤੁਸੀਂ ਪੂਜਾ ਕਰਨੀ ਹੈ ਨਾ ਤਾਂ ਉਹਨਾਂ ਨੇਕ ਇਨਸਾਨਾਂ ਦੀ ਕਰੋ, ਉਹਨਾਂ ਭਲੇ ਇਨਸਾਨਾਂ ਦੀ ਕਰੋ ਜਿਨ੍ਹਾਂ ਨੇ ਸਭ ਰਿਸ਼ਤਿਆਂ ਨੂੰ ਭੁਲਾ ਕੇ ਸਿਰਫ ਇੱਕੋ ਰਿਸ਼ਤਾ ਨਿਭਾਇਆ, ਔਰ ਉਹ ਰਿਸ਼ਤਾ ਸੀ ਉਹਨਾਂ ਦਾ ਆਪਣੀ ਮਾਤ ਭੂਮੀ ਦੇ ਪ੍ਰਤੀ, ਆਪਣੇ ਦੇਸ਼ ਦੇ ਪ੍ਰਤੀ, ਕਿ ਉਹਨਾਂ ਨੇ ਜਿਹੜਾ ਸੀ ਆਪਣੇ ਦੇਸ਼ ਦੇ ਲਈ ਆਪਣੀ ਪਿਆਰੀ ਜਾਨ ਨੂੰ ਕੁਰਬਾਨ ਕਰ ਦਿੱਤਾ, ਸਾਰੇ ਰਿਸ਼ਤੇ ਕੁਰਬਾਨ ਕਰ ਦਿੱਤੇ। ਕਈ ਨਾਰਾਂ ਦੇ ਫੁੱਲਾਂ ਵਰਗੇ ਹਾਲੇ ਰੂਪ ਨਰੋਏ ਨੇ। ਸੋ ਜਿਹੜੇ ਦੇਸ਼ ਦੇ ਲਈ ਸ਼ਹੀਦ ਹੋਏ ਹੈ ਨਾ ਬਹਾਦਰ, ਉਹਨਾਂ ਦੀਆਂ ਜਿਹੜੀਆਂ ਪਤਨੀਆਂ ਸੀ, ਉਹਨਾਂ ਦੇ ਤਾਂ ਹਾਲੇ ਜਿਹੜੇ ਕਹਿ ਲਓ ਰੂਪ ਸੀ ਨਾ, ਜਿਹੜੀ ਉਹਨਾਂ ਦੀ ਸੁੰਦਰਤਾ ਸੀ ਬਿਲਕੁਲ ਹਜੇ ਕੋਮਲ ਤੇ ਨਾਜ਼ੁਕ ਸੀ। ਕਹਿਣ ਤੋਂ ਕੀ ਭਾਵ ਹੈ ਕਿ ਕਈਆਂ ਦਾ ਤਾਂ ਹਜੇ ਬਿਲਕੁਲ ਵਿਆਹ ਹੀ ਹੋਇਆ ਸੀ, ਹਜੇ ਤਾਂ ਉਹਨਾਂ ਦੀਆਂ ਕਹਿ ਲਓ ਕਿ ਜਿਸ ਤਰ੍ਹਾਂ ਜਦੋਂ ਫੁੱਲ ਖਿੜਦਾ ਆ ਤਾਂ ਬਿਲਕੁਲ ਕੋਮਲ ਤੇ ਨਾਜ਼ੁਕ ਹੁੰਦਾ ਹੈ ਨਾ, ਉਸੇ ਤਰ੍ਹਾਂ ਜਿਹੜੀਆਂ ਕਈ ਨਾਰਾਂ ਸੀ, ਮਤਲਬ ਔਰਤਾਂ ਸੀ ਨਾ, ਉਹਨਾਂ ਦੇ ਉੱਪਰ ਹਜੇ ਜਵਾਨੀ ਚੜ੍ਹੀ ਸੀ, ਹਜੇ ਉਹਨਾਂ ਦਾ ਵਿਚਾਰੀਆਂ ਦਾ ਹੁਣੇ ਹੁਣੇ ਵਿਆਹ ਹੋਇਆ ਸੀ, ਔਰ ਉਹਨਾਂ ਦਾ ਜਿਹੜਾ ਰੂਪ ਸੀ ਨਾ, ਸੁੰਦਰਤਾ ਸੀ, ਹਜੇ ਬਿਲਕੁਲ ਕੋਮਲ ਤੇ ਨਾਜ਼ੁਕ ਸੀ। ਸ਼ਗਨਾਂ ਦੇ ਹੱਥਾਂ ਵਿੱਚ ਗਾਨੇ ਚਾਅ ਨਾ ਪੂਰੇ ਹੋਏ ਨੇ। ਸੋ ਹਜੇ ਉਹਨਾਂ ਦੇ ਵਿਆਹ ਦੇ ਸਮੇਂ ਹੱਥਾਂ ਦੇ ਵਿੱਚ ਜਿਹੜੇ ਸ਼ਗਨਾਂ ਦੇ ਗਾਨੇ ਬੰਨੇ ਸੀ ਨਾ, ਉਹਨਾਂ ਦੇ ਹੱਥਾਂ ਤੇ ਮਹਿੰਦੀ ਲੱਗੀ ਸੀ, ਗਾਨੇ ਬੰਨੇ ਸੀ, ਹਜੇ ਤਾਂ ਉਹ ਗਾਨਾ ਖੁੱਲਾ ਵੀ ਨਹੀਂ ਸੀ। ਵਿਆਹ ਤੋਂ ਬਾਅਦ ਦੇ ਜਿਹੜੇ ਚਾਅ ਸੀ ਉਹ ਤਾਂ ਹਜੇ ਪੂਰੇ ਹੀ ਨਹੀਂ ਸੀ ਹੋਏ ਕਿ ਪਹਿਲਾਂ ਹੀ ਜਿਹੜਾ ਸੀ ਉਹਨਾਂ ਦਾ ਪਤੀ ਦੇਸ਼ ਦੇ ਲਈ ਕੁਰਬਾਨ ਹੋ ਗਿਆ। ਦਿਲ ਦੇ ਵਿੱਚ ਲੁਕੋਈ ਬੈਠੀਆਂ ਲੱਖਾਂ ਹੀ ਅਰਮਾਨਾਂ ਨੂੰ। ਸੋ ਉਹਨਾਂ ਦੀਆਂ ਜਿਹੜੀਆਂ ਪਤਨੀਆਂ ਸੀ ਨਾ, ਉਹ ਆਪਣੇ ਦਿਲ ਦੇ ਵਿੱਚ ਵਿਆਹ ਤੋਂ ਬਾਅਦ ਦੇ ਜਿਹੜੇ ਅਰਮਾਨ ਹੁੰਦੇ ਆ ਪੂਰੇ ਕਰਨ ਵਾਲੇ, ਲੱਖਾਂ ਅਰਮਾਨ ਸਨ ਉਹਨਾਂ ਦੇ ਦਿਲ ਵਿੱਚ, ਜਿਹੜੇ ਉਹ ਹਜੇ ਲੁਕਾ ਕੇ ਬੈਠੀਆਂ ਸੀ, ਜਿਹੜੇ ਕਿ ਉਹਨਾਂ ਨੇ ਵਿਆਹ ਤੋਂ ਬਾਅਦ ਪੂਰੇ ਕਰਨੇ ਸੀ, ਪਰ ਉਹਨਾਂ ਨੂੰ ਇਹ ਨਸੀਬ ਹੀ ਨਹੀਂ ਹੋਇਆ। ਉਹਨਾਂ ਦੇ ਜਿਹੜੇ ਸ਼ਗਨਾਂ ਦੇ ਗਾਨੇ ਸੀ ਨਾ ਤਾਂ ਉਹ ਖੁੱਲੇ ਤੇ ਨਾ ਹੀ ਉਹਨਾਂ ਦੇ ਚਾਅ ਜਿਹੜੇ ਸੀ ਉਹ ਪੂਰੇ ਹੋਏ। ਸੋ ਜੇਕਰ ਦੁਨੀਆ ਦੇ ਬੰਦਿਓ, ਜੇਕਰ ਤੁਸੀਂ ਪੂਜਣਾ ਹੈ ਨਾ ਤਾਂ ਉਹਨਾਂ ਨੇਕ ਇਨਸਾਨਾਂ ਨੂੰ ਪੂਜੋ ਜਿਨ੍ਹਾਂ ਨੇ ਹੱਸ ਕੇ ਆਪਣੇ ਦੇਸ਼ ਦੇ ਲਈ ਆਪਣੀ ਜਾਨ ਨੂੰ ਕੁਰਬਾਨ ਕੀਤਾ। ਕਿਹਨੂੰ ਨੇ ਜੀਵਨ ਦੀਆਂ ਲੋੜਾਂ, ਹਰ ਕੋਈ ਜਿਉਣਾ ਚਾਹੁੰਦਾ ਹੈ। ਸੋ ਇੱਥੇ ਕਵੀ ਇਹ ਪੁੱਛਦਾ ਆ ਕਿ ਕਿਹੜਾ ਦੁਨੀਆ ਦੇ ਵਿੱਚ ਇਹੋ ਜਿਹਾ ਮਨੁੱਖ ਹੈ ਜਿਹਨੂੰ ਜੀਵਨ ਦੀ ਲੋੜ ਨਹੀਂ ਆ, ਜਾਂ ਇਹ ਕਹਿ ਲਓ ਕਿ ਕੌਣ ਇਸ ਤਰ੍ਹਾਂ ਦਾ ਹੈ ਜਿਹੜਾ ਜਿਉਣਾ ਨਹੀਂ ਚਾਹੁੰਦਾ। ਭਾਵ ਜੀਵਨ ਜਿਉਣ ਦੀ ਇੱਛਾ ਤਾਂ ਹਰ ਮਨੁੱਖ ਦੇ ਵਿੱਚ ਹੁੰਦੀ ਹੈ, ਕਿਉਂਕਿ ਮਨੁੱਖਾ ਜੀਵਨ ਤਾਂ ਬਹੁਤ ਮੁਸ਼ਕਲਾਂ ਦੇ ਨਾਲ ਮਿਲਦਾ ਹੈ ਨਾ, ਕਦੀ ਮਿਲਦਾ ਹੈ, ਔਰ ਹਰ ਕੋਈ ਜਿਹੜਾ ਹੈ ਇਹਨੂੰ ਭਰਪੂਰ ਆਨੰਦ ਦੇ ਨਾਲ ਜੀਉਣਾ ਚਾਹੁੰਦਾ ਹੈ। ਹਰ ਮਨੁੱਖ ਜੀਵਨ ਦਾ ਆਨੰਦ ਲੈਣਾ ਚਾਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਇਸ ਜੀਵਨ ਲਈ ਬੰਦਾ ਜਾਲ ਵਿਛਾਉਂਦਾ ਹੈ, ਔਰ ਇਸ ਜੀਵਨ ਦੇ ਲਈ ਮਨੁੱਖ ਆਪਣੇ ਜੀਵਨ ਜਿਉਣ ਦੇ ਲਈ ਤੇ ਜੀਵਨ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਹਰ ਤਰ੍ਹਾਂ ਦਾ ਜਾਲ ਵਿਛਾਉਂਦਾ, ਮਤਲਬ ਹਰ ਤਰ੍ਹਾਂ ਦੇ ਪਾਪੜ ਵੇਲਦਾ ਹੈ, ਹਰ ਤਰ੍ਹਾਂ ਦੇ ਅਡੰਬਰ ਰਚਦਾ, ਹਰ ਸੰਭਵ ਕੋਸ਼ਿਸ਼ ਕਰਦਾ ਆ ਕਿ ਉਹ ਆਪਣੇ ਜੀਵਨ ਨੂੰ ਸੁਖਾਲਾ ਬਣਾ ਸਕੇ, ਆਰਾਮਦਾਇਕ ਬਣਾ ਸਕੇ, ਉਹਨੂੰ ਕਿਸੇ ਚੀਜ਼ ਦੀ ਵੀ ਕੋਈ ਤੰਗੀ ਨਾ ਹੋਏ। ਇਸ ਤਰ੍ਹਾਂ ਦਾ ਜਿਹੜਾ ਜੀਵਨ ਆ ਉਹ ਮਨੁੱਖ ਚਾਹੁੰਦਾ ਆ। ਜਿਉਣਾ ਉਸ ਬੰਦੇ ਦਾ ਜਿਉਣਾ ਰੋਕੇ ਜੋ ਤੂਫਾਨਾਂ ਨੂੰ, ਤੂਫਾਨਾਂ ਹੁੰਦਾ ਮੁਸੀਬਤਾਂ ਨੂੰ, ਪਰ ਕਹਿੰਦੇ ਕਿ ਅਸਲ ਦੇ ਵਿੱਚ ਜਿਹੜਾ ਹੈ ਨਾ ਜਿਉਣਾ ਉਸ ਮਨੁੱਖ ਦਾ ਜਿਹੜਾ ਹੈ ਸਫਲ ਮੰਨਿਆ ਜਾਂਦਾ ਹੈ, ਜਿਹੜਾ ਕਿ ਮੁਸੀਬਤਾਂ ਦਾ ਟਾਕਰਾ ਕਰਦੇ ਹੋਏ ਆਪਣੇ ਰਸਤੇ ਵਿੱਚ ਆਉਣ ਵਾਲੀ ਹਰ ਮੁਸੀਬਤ ਨੂੰ ਰੋਕੇ, ਉਹਨਾਂ ਜਿਹੜਾ ਹੈ ਡਟ ਕੇ ਮੁਕਾਬਲਾ ਕਰੇ। ਸੋ ਇਹੋ ਜਿਹਾ ਜਜ਼ਬਾ ਕਿਹਦੇ ਅੰਦਰ ਸੀ? ਸਾਡੇ ਫੌਜੀਆਂ ਦੇ ਅੰਦਰ, ਜਿਨ੍ਹਾਂ ਨੇ ਆਪਣੇ ਦੇਸ਼ ਦੇ ਲਈ ਆਪਣਾ ਜੀਵਨ ਲੇਖੇ ਲਾ ਦਿੱਤਾ। ਉਹ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ, ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ। ਸੋ ਦੁਨੀਆ ਦੇ ਲੋਕੋ, ਜੇਕਰ ਤੁਸੀਂ ਪੂਜਾ ਕਰਨੀ ਹੈ ਤਾਂ ਉਹਨਾਂ ਨੇਕ ਭਲੇ ਚੰਗੇ ਇਨਸਾਨਾਂ ਦੀ ਕਰੋ ਜੋ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਨੂੰ ਕੁਰਬਾਨ ਕਰ ਗਏ। ਸ਼ੇਰਾਂ ਦੀ ਛਾਤੀ ਤੇ ਬਹਿ ਕੇ ਮੌਤ ਜਿਨ੍ਹਾਂ ਨੇ ਮੰਗੀ ਸੀ। ਸੋ ਇਹਦੇ ਵਿੱਚ ਜਿਹੜਾ ਹੈ ਸ਼ੇਰਾਂ ਦੀ ਛਾਤੀ ਤੇ ਬਹਿ ਕੇ ਦਾ ਮਤਲਬ ਕੀ ਹੁੰਦਾ ਹੈ? ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਸੀ ਨਾ, ਉਹਨਾਂ ਦਾ ਜਿਗਰਾ ਤੇ ਉਹਨਾਂ ਦਾ ਹੌਸਲਾ ਕਿਹਦੇ ਵਰਗਾ ਮਜ਼ਬੂਤ ਸੀ? ਸ਼ੇਰ ਦੇ ਵਾਂਗ। ਜਿੱਦਾਂ ਸ਼ੇਰ ਦੀ ਇੱਕ ਦਹਾੜ ਹੁੰਦੀ ਹੈ ਜਦੋਂ ਤੇ ਹਰ ਕੋਈ ਡਰ ਜਾਂਦਾ ਨਾ, ਉਸੇ ਤਰ੍ਹਾਂ ਇਹਨਾਂ ਨੇ ਵੀ ਨਾ ਜਿਹੜਾ ਹੈ ਪੰਗਾ ਸ਼ੇਰਾਂ ਦੇ ਨਾਲ ਲਿਆ ਸੀ, ਔਰ ਇਹਨਾਂ ਦਾ ਜਿਗਰਾ ਸ਼ੇਰਾਂ ਦੇ ਵਾਂਗ ਮਜ਼ਬੂਤ ਸੀ। ਔਰ ਇਹਨਾਂ ਨੇ ਖੁਦ ਜਿਹੜਾ ਹੈ ਆਪਣੇ ਜਿਹੜੇ ਦੁਸ਼ਮਣ ਸੀ ਨਾ ਦੇਸ਼ ਦੇ ਉੱਪਰ, ਜਿਹੜੇ ਕਹਿ ਲਓ ਦੁਸ਼ਮਣ ਸੀ ਆਉਣ ਵਾਲੇ,
ਉਹਨਾਂ ਦਾ ਟਾਕਰਾ ਕਰਦੇ ਹੋਏ ਖੁਦ ਆਪਣੀ ਮੌਤ ਮੰਗੀ ਸੀ। ਕਿਸੇ ਨੇ ਇਹਨਾਂ ਨੂੰ ਕਿਹਾ ਨਹੀਂ ਸੀ, ਕੋਈ ਜ਼ੋਰ ਜ਼ਬਰਦਸਤੀ ਨਹੀਂ ਸੀ ਕਿ ਤੁਸੀਂ ਜਿਹੜਾ ਹੈ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰ ਲਓ, ਪਰ ਇਹਨਾਂ ਨੇ ਖੁਦ ਆਪਣਾ ਇਰਾਦਾ ਜਿਹੜਾ ਹੈ ਮਜ਼ਬੂਤ ਕਰਕੇ ਉਹਨਾਂ ਨੇ ਖੁਦ ਦੁਸ਼ਮਣਾਂ ਦਾ ਟਾਕਰਾ ਕਰਦੇ ਹੋਏ ਇਸ ਮੌਤ ਨੂੰ ਗਲੇ ਲਗਾਇਆ ਸੀ। ਖੂਨ ਦੀਆਂ ਨਦੀਆਂ ਵਿੱਚ ਡੁੱਬ ਕੇ ਗੋਰੀ ਚਮੜੀ ਰੰਗੀ ਸੀ। ਗੋਰੀ ਚਮੜੀ ਹੁੰਦੀ ਅੰਗਰੇਜ਼ ਸਰਕਾਰ, ਜਿਹੜੀ ਕਿ ਹਰ ਹੀਲੇ ਵਸੀਲੇ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਸੀ, ਸਾਨੂੰ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਕੱਸ ਕੇ ਰੱਖਣਾ ਚਾਹੁੰਦੀ ਸੀ। ਸੋ ਹੋਇਆ ਕਿ ਸਾਡੇ ਬਹਾਦਰ ਫੌਜੀਆਂ ਨੇ ਖੁਦ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ, ਆਪਣੀ ਜਾਨ ਦੀਆਂ ਕੁਰਬਾਨੀਆਂ ਦਿੱਤੀਆਂ, ਔਰ ਅਖੀਰ ਜਿਹੜਾ ਸੀ ਆਪਣੇ ਖੂਨ ਦੇ ਨਾਲ ਅੰਗਰੇਜ਼ ਸਰਕਾਰ ਨੂੰ ਰੰਗ ਦਿੱਤਾ, ਭਾਵ ਉਹਨਾਂ ਨੂੰ ਇੱਥੋਂ ਨਿਕਲਣ ਦੇ ਲਈ ਮਜਬੂਰ ਕਰ ਦਿੱਤਾ ਕਿ ਉਹ ਸਾਡਾ ਦੇਸ਼ ਛੱਡ ਕੇ ਚਲੇ ਜਾਣ। ਨਵੀਂ ਦੇਸ਼ ਤੇ ਰੰਗਨ ਝਾੜੀ ਪੂਜੋ ਉਹਨਾਂ ਭਗਵਾਨਾਂ ਨੂੰ। ਸੋ ਕਹਿੰਦਾ ਕਿ ਉਹਨਾਂ ਨੇ ਜਿਹੜੀ ਹੈ ਨਾ, ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ, ਉਹਨਾਂ ਨੇ ਸਾਡੇ ਦੇਸ਼ ਦੇ ਵਿੱਚ ਇੱਕ ਨਵੀਂ ਰੰਗਤ ਝਾੜੀ, ਭਾਵ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਸਾਡੇ ਦੇਸ਼ ਨੂੰ ਜਿਹੜਾ ਸੀ ਉਹ ਆਜ਼ਾਦੀ ਦੇ ਰੰਗ ਵਿੱਚ ਰੰਗ ਦਿੱਤਾ। ਇੱਕ ਨਵੀਂ ਆਜ਼ਾਦੀ ਲਿਆਂਦੀ ਜਿਹਦੇ ਵਿੱਚ ਹਰ ਮਨੁੱਖ ਜਿਹੜਾ ਸੀ ਸੁੱਖ ਦਾ ਸਾਹ ਲੈ ਸਕਦਾ ਸੀ। ਸੋ ਉਹਨਾਂ ਭਗਵਾਨਾਂ ਨੂੰ ਪੂਜੋ, ਉਹਨਾਂ ਭਗਵਾਨਾਂ ਦੀ, ਕਿਉਂਕਿ ਉਹ ਜਿਹੜੇ ਹੈ ਨਾ ਸਾਡੇ ਲਈ ਭਗਵਾਨ ਦੇ ਸਮਾਨ ਹੀ ਹੈ। ਉਹ ਦੁਨੀਆ ਦੇ ਬੰਦਿਓ ਪੂਜੋ ਨੇਕ ਇਨਸਾਨਾਂ ਨੂੰ। ਸੋ ਦੁਨੀਆ ਦੇ ਲੋਕੋ ਜਿਨ੍ਹਾਂ ਨੇ ਆਪਣੀ ਪਿਆਰੀ ਜਾਨ ਨੂੰ ਦੇਸ਼ ਦੇ ਲਈ ਕੁਰਬਾਨ ਕੀਤਾ ਨਾ, ਉਹਨਾਂ ਨੇਕ ਇਨਸਾਨਾਂ ਦੀ ਪੂਜਾ ਕਰੋ। ਜਿਉਣਾ ਹੁੰਦਾ ਉਸ ਮਰਦ ਦਾ ਕਿਸੇ ਲਈ ਜੋ ਮਰਦਾ ਹੈ। ਕਹਿੰਦੇ ਕਿ ਉੱਦਾਂ ਤਾਂ ਹਰ ਮਨੁੱਖ ਆਪਣੇ ਲਈ, ਆਪਣੇ ਪਰਿਵਾਰ ਦੇ ਲਈ ਜਿਉਂਦਾ ਆ, ਹਰ 'ਚ ਸਵੈ ਦੀ ਜਿਹੜੀ ਆ ਭਾਵਨਾ ਹੁੰਦੀ ਆ, ਪਰ ਅਸਲ ਦੇ ਵਿੱਚ ਜਿਹੜਾ ਹੈ ਨਾ ਜਿਉਣਾ ਉਸ ਮਰਦ ਦਾ ਸਫਲ ਮੰਨਿਆ ਜਾਂਦਾ ਆ ਜੋ ਕਿਸੇ ਦੇ ਲਈ ਲੜਦਾ ਮਰਦਾ, ਆਪਣੇ ਲਈ ਨਹੀਂ, ਖੁਦਗਰਜ਼ ਨਹੀਂ ਬਣਦਾ, ਪਰ ਕਿ ਕਿਸੇ ਦੇ ਲਈ ਕੁਰਬਾਨੀ ਦਾ ਜਜ਼ਬਾ ਰੱਖਦਾ ਆ, ਆਪਣੇ ਦੇਸ਼ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਆ, ਔਰ ਅਖੀਰ ਜਿਹੜਾ ਹੈ ਆਪਣੇ ਦੇਸ਼ ਦੀ ਬਿਹਤਰੀ ਲਈ, ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਜਾਂ ਆਪਣੀ ਕੌਮ ਦੀ ਖਾਤਰ ਹੱਸ ਕੇ ਆਪਣਾ ਜੀਵਨ ਅਰਪਣ ਮਤਲਬ ਕੁਰਬਾਨ ਕਰ ਦਿੰਦਾ ਹੈ। ਨੂਰਪੁਰੀ ਮਤਲਬ ਨੰਦ ਲਾਲ ਨੂਰਪੁਰੀ, ਬੰਦ ਕਰ ਦੇ ਬੀਬਾ ਮਤਲਬ ਦੁਨੀਆ ਦੇ ਲੋਕਾਂ ਨੂੰ ਕਿਹਾ ਆ ਕਿ ਬੀਬੇ ਬਣੋ, ਔਰ ਝੂਠੀਆਂ ਹੋਰ ਦੁਕਾਨਾਂ ਨੂੰ, ਜਿੰਨੇ ਵੀ ਮਨੁੱਖ ਜਿਹੜਾ ਹੈ ਉਹ ਪੂਜਾ ਪਾਠ ਦੇ ਨਾਮ ਤੇ ਦਿਖਾਵੇ ਕਰਦਾ ਹੈ, ਪੜਪੰਚ ਰਚਦਾ ਆ, ਜਾਂ ਜਿੰਨਾ ਵੀ ਉਹ ਦਿਖਾਵਾ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ, ਉਹਨਾਂ ਸਭ ਚੀਜ਼ਾਂ ਨੂੰ ਕੀ ਕਰ ਦੇਵੇ, ਬੰਦ ਕਰ ਦੇਵੇ, ਕਿਉਂਕਿ ਇਹਨਾਂ ਝੂਠੇ ਦਿਖਾਵਿਆਂ ਦਾ ਕੋਈ ਫਾਇਦਾ ਨਹੀਂ ਆ। ਕਿਉਂਕਿ ਅਸਲ ਮਾਇਨੇ ਦੇ ਵਿੱਚ ਤਾਂ ਜਿਹੜੀ ਹੈ ਪੂਜਾ ਉਹਨਾਂ ਨੇਕ ਇਨਸਾਨਾਂ ਦੀ ਕਰਨੀ ਚਾਹੀਦੀ ਆ ਜਿਹੜੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਨੂੰ ਕੁਰਬਾਨ ਕਰ ਗਏ, ਔਰ ਪਿੱਛੇ ਜਿਨ੍ਹਾਂ ਨੂੰ ਛੱਡ ਗਏ, ਜਿਹੜੇ ਰਿਸ਼ਤੇ ਉਹ ਇਸ ਧਰਤੀ ਦੇ ਉੱਪਰ ਛੱਡ ਗਏ ਨਾ, ਜਿਸ ਤਰ੍ਹਾਂ ਮਾਂ, ਉਹਦਾ ਬੁੱਢਾ ਬਾਪ, ਉਹਦੀ ਸੱਜ ਵਿਆਹੀ ਵਹੁਟੀ, ਉਹਦੇ ਘਰ ਬੈਠੇ ਭੈਣ ਭਰਾ ਜਿਹੜੇ ਉਡੀਕਦੇ ਹੀ ਰਹਿ ਗਏ, ਪਰ ਉਹਨਾਂ ਦੇ ਚਾਅ ਜਿਹੜੇ ਸੀ ਪੂਰੇ ਨਹੀਂ ਹੋਏ। ਉਹ ਲੋਕ ਜਿਹੜੇ ਕਿ ਕਹਿ ਲਓ ਆਪਣੇ ਪਰਿਵਾਰ ਦਾ ਜੀ ਗਵਾ ਕੇ ਵੀ ਅਖੀਰ ਇਸ ਧਰਤੀ ਦੇ ਉੱਪਰ, ਇਸ ਦੁਨੀਆ ਦੇ ਉੱਪਰ ਜੀਵਨ ਜਿਉ ਰਹੇ ਆ, ਮੁਸੀਬਤਾਂ ਦਾ ਟਾਕਰਾ ਕਰਦੇ ਪਏ ਆ, ਪਰ ਫਿਰ ਵੀ ਸੀ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਹੈ ਲਾਡਲਾ ਦੇਸ਼ ਦੇ ਲਈ ਕੁਰਬਾਨ ਕੀਤਾ ਹੈ। ਸੋ ਉਹ ਲੋਕ ਜਿਹੜੇ ਆ ਨਾ ਉਹ ਸਾਡੇ ਲਈ ਜਿਉਂਦੇ ਭਗਵਾਨ ਦੇ ਬਰਾਬਰ ਆ, ਕਿਉਂਕਿ ਕਹਿੰਦੇ ਆ ਕਿ ਕਿਸੇ ਦੇ ਲਈ ਲੜਨਾ ਤੇ ਮਰਨਾ ਬਹੁਤ ਔਖਾ ਆ, ਔਰ ਆਪਣੇ ਪਰਿਵਾਰ ਦਾ ਜੀ ਭੇਟ ਕਰਨਾ ਦੇਸ਼ ਲਈ ਉਹ ਤਾਂ ਹੋਰ ਵੀ ਜਿਗਰੇ ਵਾਲਾ ਕੰਮ ਹੈ। ਸੋ ਇਹਨਾਂ ਦਾ ਜਿਗਰਾ ਜਿਹੜਾ ਹੈ ਨਾ ਬਹੁਤ ਵੱਡਾ ਆ, ਔਰ ਇਹ ਸਾਡੇ ਲਈ ਜਿਉਂਦੇ ਭਗਵਾਨ ਹੈ। ਇਸ ਕਰਕੇ ਜੇਕਰ ਪੂਜਾ ਕਰਨੀ ਹੈ ਨਾ ਤੇ ਉਹਨਾਂ ਦੀ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ। ਸੋ ਇਸ ਤਰ੍ਹਾਂ ਜਿਹੜਾ ਹੈ ਤੁਸੀਂ ਇਹਦਾ ਕੇਂਦਰੀ ਭਾਵ ਜਾਂ ਸੈਂਟਰਲ ਆਈਡੀਆ ਕਵਿਤਾ ਦਾ ਲਿਖ ਸਕਦੇ ਹੋ। ਇਸ ਤੋਂ ਇਲਾਵਾ ਜੇ ਕਿਸੇ ਵੀ ਬੱਚੇ ਨੂੰ ਜਿਹੜਾ ਹੈ ਬੋਰਡ ਦੇ ਪੇਪਰ ਲਈ ਕੋਈ ਕੁਐਸਚਨ, ਕੋਈ ਵੀ ਜਿਹੜਾ ਹੈ ਟੌਪਿਕ, ਕੁਝ ਵੀ ਚਾਹੀਦਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਆ, ਜੇਕਰ ਕਿਸੇ ਵੀ ਬੱਚੇ ਨੂੰ ਕਿਸੇ ਵੀ ਪਾਰਟ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ। ਠੀਕ ਹੈ।